ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਰਿਜ਼ਲਟ ਆ ਚੁੱਕਿਆ ਹੈ। ਬਹੁਤ ਵੱਡੇ ਫੇਰ ਬਦਲ ਹੋਏ ਨੇ ਇਸ ਵਾਰ। ਪੰਜਾਬੀ ਬਾਗ ਦੀ ਸੀਟ ਦੀ ਗੱਲ ਕਰੀਏ ਤਾਂ ਮਨਜਿੰਦਰ ਸਿੰਘ ਸਿਰਸਾ ਵੱਡੇ ਦਾਅਵੇਦਾਰ ਮੰਨੇ ਜਾਂਦੇ ਸਨ, ਪਰ ਇਸ ਵਾਰ ਉਹਨਾਂ ਨੂੰ ਹਾਰ ਹੋਈ। ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਵਾਰ ਦੇ ਉਲਟ ਫੇਰ ਨੂੰ ਸਰਨਾ ਸਾਹਿਬ ਕਿਵੇਂ ਦੇਖਦੇ ਨੇ? ਇਸ ਵਾਰ ਤੁਸੀਂ ਦਾਅਵਾ ਕਰ ਰਹੇ ਸੀ ਕਿ ਤੁਹਾਨੂੰ ਬਹੁਤ ਜ਼ਿਆਦੀਆਂ ਸੀਟਾਂ ਆਉਣਗੀਆਂ, ਪਰ ਉਨੀਆਂ ਸੀਟਾਂ ਤੁਹਾਨੂੰ ਉਮੀਦ ਦੇ ਮੁਤਾਬਕ ਆ ਨਹੀਂ ਪਈਆਂ। ਕੀ ਕਾਰਨ ਹੈ? ਹਾਲਾਂਕਿ ਪੰਜਾਬੀ ਬਾਗ ਦੀ ਸੀਟ ਤੋਂ ਤੁਹਾਡੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਵੱਡੀ ਹਾਰ ਦਿੱਤੀ। ਦੇਖੋ, ਗੱਲ ਹੈਗੀ ਕਿ ਅਸੀਂ ਆਪ ਇਸ ਵਕਤ ਬੜੇ ਚੰਬੇ 'ਚ ਆ ਗਏ ਹਾਂ ਕਿ ਦਿੱਲੀ ਦੇ ਸਿੱਖਾਂ ਨੇ, ਜਿਨ੍ਹਾਂ ਨੇ ਗੁਰਮਰਿਆਦਾ ਪਰੰਪਰਾ ਸਕੂਲਾਂ ਕਾਲਜਾਂ ਦਾ ਸਭ ਸੱਤਿਆਨਾਸ਼ ਕਰਤਾ ਹੋਇਆ ਹੈ, ਔਰ ਅਦਾਲਤਾਂ ਨੇ ਵੀ ਉਹਨਾਂ ਨੂੰ ਗੁਰੂ ਦਾ ਚੋਰ ਕਹਿ ਕੇ ਰਿਮਾਰਕਸ ਦਿੱਤੇ ਹੋਣ, ਉਸ ਦੇ ਬਾਵਜੂਦ ਬਾਦਲ ਦਲ 27 ਸੀਟਾਂ ਲੈ ਗਿਆ ਹੈ। ਇਹਦੇ ਬੜੀ ਹੈਰਾਨਗੀ ਦੀ ਗੱਲ ਹੈ। ਪਰ ਅਸਲ ਗੱਲ ਇਹ ਹੈਗੀ ਕਿ ਬਾਦਲ ਦਲ ਦੇ ਜਿੱਤਣ ਦੇ ਮੈਂ 2-3 ਕਾਰਨ ਸਮਝਦਾ। ਪਹਿਲਾ ਕਾਰਨ ਕਿ ਜਦ ਅਪ੍ਰੈਲ 25 ਨੂੰ ਚੋਣ ਸੀ, ਉਸ ਵਕਤ ਸਾਡੀ ਚੋਣ ਪ੍ਰਚਾਰ ਬਿਲਕੁਲ ਟੀਸੀ 'ਤੇ ਪਹੁੰਚਿਆ ਹੋਇਆ ਸੀ, ਪਰ ਅਚਾਨਕ 3 ਦਿਨ ਪਹਿਲਾਂ ਕਰੋਨਾ ਕਰਕੇ ਉਹਨਾਂ ਨੇ ਜਿਹੜੀਆਂ ਚੋਣਾਂ ਸਨ ਅੱਗੇ ਪਾਤੀਆਂ। ਉਸ ਤੋਂ ਬਾਅਦ ਇਹਨਾਂ ਨੂੰ ਮਈ, ਜੂਨ, ਜੁਲਾਈ, ਅਗਸਤ 4 ਮਹੀਨੇ ਕੰਮ ਕਰਨ ਦਾ ਮੌਕਾ ਮਿਲ ਗਿਆ। ਇਹਨਾਂ 4 ਮਹੀਨਿਆਂ 'ਚ ਇਹਨਾਂ ਨੇ ਗੁਰੂ ਦੀ ਗੋਲਕ ਦੀ ਭਰਪੂਰ ਵਰਤੋਂ ਕਰਕੇ, ਹੋਰ ਸਾਧਨਾਂ ਦੀ ਵਰਤੋਂ ਕਰਕੇ ਆਪਣੀਆਂ ਵੋਟਾਂ ਜਿਹੜੀਆਂ ਸਨ ਬਹੁਤ ਵੱਡੀ ਤਾਦਾਦ 'ਚ ਖਰੀਦੀਆਂ। ਦੂਸਰੀ ਗੱਲ ਮੈਂ ਇਹ ਸਮਝਦਾ ਹਾਂ ਕਿ ਰੱਖੜੀ ਕਰਕੇ, ਭਾਵੇਂ ਹਾਲੇ ਰੱਖੜੀ ਕੋਈ ਸਿੱਖਾਂ ਦਾ ਐਡਾ ਵੱਡਾ ਤਿਉਹਾਰ ਨਹੀਂ, ਉਹਦੇ ਵੋਟਿੰਗ ਪਰਸੈਂਟ ਜਿਹੜੀ ਸੀ 10 ਹਲਕਿਆਂ 'ਚ 25% ਰਹਿ ਗਈ, ਜਿਸ ਦੇ ਕਰਕੇ ਜਿਨ੍ਹਾਂ ਨੇ ਤੇ ਪੈਸੇ ਲਏ ਸਨ, ਕੀਤੇ ਸਨ ਇਹਨਾਂ ਹਲਕਿਆਂ ਦੇ ਵਿੱਚ, ਉਹ ਤੇ ਵੋਟ ਪਾ ਗਏ। ਤੇ ਜਿਹੜੇ ਸਾਡੇ ਬੰਦੇ ਸਨ, ਗੁਰਸਿੱਖ ਆਦਮੀ ਸਨ, ਉਹਨਾਂ ਨੇ ਕਿਹਾ ਚਲੋ ਕੀ ਲੈਣਾ ਹੈਗਾ, ਤਿਉਹਾਰ ਮਨਾਈਏ, ਵੋਟ ਬਾਅਦ 'ਚ ਪਾ ਲਾਂਗੇ। ਉਹ ਸਾਨੂੰ ਮਾਰ ਪਈ। ਤੀਸਰੀ ਗੱਲ ਜਿਹੜੀ ਮੈਂ ਸਮਝਦਾ ਹਾਂਗਾ ਕਿ ਆਪੋਜੀਸ਼ਨ, ਭਾਵੇਂ ਭਾਈ ਰਣਜੀਤ ਸਿੰਘ ਨਾਲ ਸਾਡਾ ਸਮਝੌਤਾ ਹੋ ਗਿਆ ਸੀ, ਪਰ ਤਿਆਰੀ ਜਿਹੜੀ ਸੀ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਦੀ ਬਹੁਤੀ ਨਹੀਂ ਸੀ। ਉਹ ਹਲਕਿਆਂ 'ਚ ਵੀ ਮਾਰ ਪਈ ਸਾਨੂੰ, ਔਰ ਉਹਨਾਂ ਖਾਸ ਕਰਕੇ ਭਾਈ ਰਣਜੀਤ ਸਿੰਘ ਦੇ ਹਲਕਿਆਂ 'ਚ ਮਨਜੀਤ ਸਿੰਘ ਤੇ ਭਾਈ ਸਾਹਿਬ ਦੇ ਆਪਸ ਵਿੱਚ ਭਿੜਨ ਕਰਕੇ ਉਹ ਸੀਟਾਂ ਜਿਹੜੀਆਂ ਸਨ ਸਾਡੀਆਂ 6 ਸੀਟਾਂ ਗਈਆਂ। ਉਸ ਦੇ ਵਿੱਚ ਕਿਸੇ ਜਗ੍ਹਾ ਤੋਂ ਮਨਜੀਤ ਦਾ ਉਮੀਦਵਾਰ 50 ਵੋਟਾਂ ਲੈ ਕੇ ਹਾਰ ਗਿਆ, ਕਿਸੇ ਜਗ੍ਹਾ ਤੋਂ ਭਾਈ ਸਾਹਿਬ ਦੇ ਉਮੀਦਵਾਰ ਮਨਜੀਤ ਦੀਆਂ ਵੋਟਾਂ ਕੱਟਣ ਕਰਕੇ ਹਾਰ ਗਏ। ਸਿੱਧਾ ਤੁਹਾਡਾ ਕਹਿਣਾ ਹੈ ਕਿ ਮਨਜੀਤ ਸਿੰਘ ਜੀਕੇ ਤੇ ਭਾਈ ਰਣਜੀਤ ਸਿੰਘ ਦੀ ਜਿਹੜੇ ਸੀ ਉਹ ਵੀ ਕਿਤੇ ਨਾ ਕਿਤੇ ਵੋਟਾਂ ਤੋੜਨ ਦੇ ਕਾਰਨ ਬਣੇ? ਨਹੀਂ, ਵੋਟਾਂ ਤਾਂ ਟੁੱਟੀਆਂ ਹੀ ਨਾ। ਹੁਣ ਉਹਦਾ ਨਾਂ ਕੀ ਹੈ? ਉਸ ਤੋਂ ਬਾਅਦ ਵਡਾਲੇ ਦਾ ਫੈਕਟਰ ਆ ਗਿਆ, ਇੱਕ ਹੋਰ ਜਿਹੜਾ ਆਪ ਨੇ ਖੜਾ ਕੀਤਾ ਸੀ ਪੰਥਕ ਦਾ ਪਿਛਲੀ ਵਾਰੀ, ਭਾਵੇਂ ਐਕਚੁਅਲੀ ਕੁਝ ਨਹੀਂ ਕਰ ਸਕੇ, ਪਰ ਸਾਡੇ 5-7 ਉਮੀਦਵਾਰਾਂ ਨੂੰ ਹਰਾਉਣ ਦੇ 'ਚ ਉਹਨਾਂ ਦਾ ਰੋਲ ਬਰਾਬਰ ਹੈ, 150-150 200 ਵੋਟ ਲੈਣ ਕਰਕੇ। ਸਰਨਾ ਸਾਹਿਬ, ਇਹ ਵੋਟਾਂ ਤਾਂ ਸਿਰਸਾ ਹੋਣਾ ਦੀਆਂ ਟੁੱਟੀਆਂ ਹੋਣਗੀਆਂ ਨਾ, ਉਹ ਤਾਂ ਬਰਾਬਰ ਸੀ। ਜਿਵੇਂ ਤੁਸੀਂ 2-3 ਕਾਰਨ ਗਿਣਾਏ ਨੇ, ਇੱਕ ਤਾਂ ਇਹ ਕਿ ਰੱਖੜੀ ਦਾ ਤਿਉਹਾਰ ਸੀ, ਉਹ ਵੀ ਬਰਾਬਰ ਹੀ ਸੀ ਸਭ ਲਈ। ਦੂਜਾ ਕਿ ਇਲੈਕਸ਼ਨ ਪੋਸਟਪੋਨ ਹੋ ਗਈਆਂ ਸੀਗੀਆਂ, ਉਹ ਤਾਂ ਸਾਰਿਆਂ ਲਈ ਇੱਕੋ ਹੀ ਸੀਗਾ। ਦੇਖੋ, ਮੈਂ ਅਰਜ਼ ਕੀਤੀ ਕਿ ਸਾਡੀ ਇਲੈਕਸ਼ਨ ਕੰਪੇਨ ਉਸ ਵਕਤ ਟੀਸੀ 'ਤੇ ਪਹੁੰਚ ਚੁੱਕਾ ਸੀ, ਔਰ 3 ਦਿਨ ਪਹਿਲਾਂ ਸਾਡੀ ਇਲੈਕਸ਼ਨ ਪੋਸਟਪੋਨ ਹੋਣ ਕਰਕੇ ਉਹਨਾਂ ਕੋਲ ਤੇ ਸੋਰਸਿਸ ਸਨ, ਗੁਰਦੁਆਰਾ ਫੰਡ ਸਨ, ਉਂਝ ਵੀ ਉਹਨਾਂ ਬਥੇਰੀ ਲੁੱਟੀ ਧਾੜੀ ਕੀਤੀ ਹੋਈ ਹੈ, ਉਹਨਾਂ ਦੀ ਵਰਤੋਂ ਦੱਬ ਕੇ ਕੀਤੀ। ਸਾਡੇ ਬੰਦੇ ਜਿਹੜੇ ਸਨ ਉਹ ਆਪਣਾ 2 ਦਿਨ ਇਲੈਕਸ਼ਨ ਪਹਿਲੇ ਹੋਣ ਕਰਕੇ ਐਗਜ਼ਾਸਟ ਹੋ ਚੁੱਕੇ ਸਨ। ਸਾਡੇ ਆਪਣੇ ਅਸੀਂ ਆਪ ਉਹਦਾ ਨਾਂ ਕਿ ਐਗਜ਼ਾਸਟ ਹੋ ਚੁੱਕੇ ਸਨ। ਚਲੋ, ਗੁਰੂ ਦੀ ਬਖਸ਼ਿਸ਼ ਸੀ, ਅਸੀਂ ਕੀਤੇ ਖਰਚ,
ਪਰ ਹਰ ਬੰਦਾ ਨਹੀਂ ਕਰ ਸਕਦਾ। ਉਹਨਾਂ ਕੋਲ ਗੁਰੂ ਦੀ ਗੋਲਕ ਸੀ, ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਤਾ। ਤੁਸੀਂ ਕਹਿੰਦੇ ਹੋ ਉਹਨਾਂ ਦੇ ਕੋਲ ਗੁਰੂ ਦੀ ਗੋਲਕ ਸੀ, ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ। ਮਨਜਿੰਦਰ ਸਿੰਘ ਸਿਰਸਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਿੱਧੇ ਸ਼ਬਦ ਵਰਤੇ ਕਿ ਗੰਦ ਪਾ ਰਹੇ ਨੇ ਇਹ, ਤੇ ਇਹਨਾਂ ਨੇ ਪਹਿਲਾਂ ਵੀ ਗੰਦ ਪਾਇਆ। ਇਹ ਸ਼ਬਦ ਵੀ ਉਹਨਾਂ ਨੇ ਵਰਤੇ। ਦੇਖੋ ਜੀ, ਗੱਲ ਹੈਗੀ ਕਿ ਜਿਸ ਦਾ ਮੂੰਹ ਗੋਲਕ ਦਾ ਧਨ ਖਾ ਕੇ ਭਰਿਆ ਹੋਵੇ, ਉਸ ਦੇ ਮੂੰਹ 'ਚੋਂ ਕਦੀ ਚੰਗੀ ਗੱਲ ਤਾਂ ਨਿਕਲ ਨਹੀਂ ਸਕਦੀ। ਉਹਨੂੰ ਕਹੋ ਜੀ ਤੂੰ ਜਾਂ ਕੰਪੇਅਰ ਤਾਂ ਕਰ ਲੈ ਸਾਡੇ 13 ਸਾਲ ਦੀ ਸੇਵਾ ਤੇ ਆਪਣੇ 8.5 ਸਾਲ ਦੀ ਸੇਵਾ। ਕੋਈ ਇੰਡੀਪੈਂਡੈਂਟ ਕਮਿਸ਼ਨ ਬਣਾ ਕੇ ਕਰ ਲੈ, ਤੂੰ ਬਚ ਜਾਏ ਤੇ ਤਾਂ ਰਹੀ। ਤੂੰ ਹੁਣ ਚਲੋ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਹੋ ਕੇ ਮੈਂਬਰ ਬਣ ਗਿਆ ਹੈ, ਪਰ ਇੱਕ ਗੱਲ ਸੁਣ ਲੈ, ਅਗਲੇ 4 ਸਾਲਾਂ 'ਚ ਤੈਨੂੰ ਜੇਲ੍ਹ ਦੀਆਂ ਸਲਾਖਾਂ 'ਚ ਪਹੁੰਚਾਉਣ ਲਈ ਅਸੀਂ ਬਹੁਤ ਮਜ਼ਬੂਤ ਹਾਂ। ਔਰ ਤੇਰੇ ਨਾਲ ਕਿਹੜੇ ਕਿਹੜੇ ਰਗੜੇ ਜਾਣਗੇ ਉਹ ਪਤਾ ਨਹੀਂ। ਸਭ ਤੋਂ ਵੱਡੀ ਗੱਲ ਹੈਗੀ, ਤੂੰ ਬੜਾ ਫੰਨੇ ਖਾਂ ਸਮਝਦਾ ਸੀ ਆਪਣੇ ਆਪ ਨੂੰ। ਤੂੰ 550 ਵੋਟਾਂ ਤੋਂ ਕਿਵੇਂ ਹਾਰ ਗਿਆ? ਉਹ ਕਹਿੰਦਾ ਸਰਨੇ ਹੁਣਾਂ ਨੇ ਖਰੀਦੋ ਫਰੋਖਤ ਕੀਤੀ ਇਸ ਵਾਰ ਵੋਟਿੰਗ ਦੀ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜਾਲੀ ਵੋਟਾਂ ਪਵਾਈਆਂ, ਮੁਰਦੇ ਲੋਕ ਜਿਹੜੇ 10-10 ਸਾਲ ਪਹਿਲਾਂ ਮਰ ਚੁੱਕੇ ਸਨ ਉਹਨਾਂ ਦੀਆਂ ਵੋਟਾਂ ਵੀ ਪਵਾਤੀਆਂ ਸਰਨਾ ਭਰਾਵਾਂ ਨੇ। ਉਹਨੂੰ ਕਹੋ ਜੀ ਪਿਛਲੀ ਵਾਰੀ ਦੋਸਤੋ, ਪਿਛਲੀ ਵਾਰੀ ਤੂੰ 4000 ਜਿਹੜੀ ਵੋਟ ਅਸੀਂ ਕਟਾਈ ਸੀ, ਤੂੰ ਡਾਇਰੈਕਟਰ ਨੂੰ ਨਾਲ ਮਿਲ ਕੇ ਸਾਰੀਆਂ 4000 ਐਡ ਕਰਾ ਲੀਆਂ। ਤੂੰ ਇਹ ਕਹਿ ਕਿ ਮੇਰੀਆਂ 4000 ਜਿਹੜੀਆਂ ਬੋਗਸ ਵੋਟਾਂ ਬਣੀਆਂ ਹੋਈਆਂ ਸਨ ਉਹ ਕੱਟਣ ਕਰਕੇ ਮੈਂ ਹਾਰ ਗਿਆ। ਹਾਂਜੀ, ਕਿੰਨੇ ਬੰਦੇ ਮਰੇ ਹੋਏ ਸਨ ਉਹਨਾਂ ਦੀਆਂ ਪਈਆਂ ਸਾਡੇ ਕੋਲ ਪਿਛਲੀ ਵਾਰੀ ਸੀ ਤੂੰ ਮਰੇ ਹੋਏ ਦੀਆਂ ਪਵਾਈਆਂ ਨੂੰ। ਹਾਂਜੀ, ਦੱਸ ਨਾ ਕਿਹੜੀਆਂ ਬੋਗਸ ਵੋਟਾਂ ਸਨ? ਇੱਕ ਇੱਕ ਵੋਟ ਤੇਰੇ ਬੰਦਿਆਂ ਨੇ ਚੈੱਕ ਕੀਤੀ ਹੈ ਸਾਡੇ, ਫਿਰ ਉਹਨਾਂ ਨੇ ਲਾਇਆ ਨੇ ਇੱਥੇ ਵੀ ਇਹ ਵੋਟਾਂ ਚੈੱਕ ਕਰ ਲਓ। ਕਿਉਂ ਝੂਠ ਬੋਲਦਾ ਹੈ? ਤੈਨੂੰ ਦਿੱਲੀ ਪੰਜਾਬੀ ਬਾਗ ਦੀ ਸੰਗਤ ਨੇ ਤੇਰੀ ਜਿਹੜਾ ਤੂੰ ਦੁਰਾਚਾਰ ਕੀਤਾ ਹੈ, ਜੋ ਕਰਪਸ਼ਨ ਕੀਤੀ ਹੈ, ਜੋ ਮਰਿਆਦਾ ਭੰਗ ਕੀਤੀ ਹੈ, ਜੋ ਸਕੂਲਾਂ ਕਾਲਜਾਂ ਦਾ ਨਾਸ ਕੀਤਾ ਹੈ, ਉਹਦੀ ਸਜ਼ਾ ਪੰਜਾਬੀ ਬਾਗ ਦੀ ਸੰਗਤ ਨੇ ਦਿੱਤੀ ਹੈ। ਪਰ ਸਰਨਾ ਸਾਹਿਬ, ਪੰਜਾਬੀ ਬਾਗ ਦੀ ਸੀਟ ਹਾਰੇ, ਕੀ ਕਾਰਨ ਰਿਹਾ ਕਿ ਬਾਕੀ ਸੀਟਾਂ ਸਿਰਸੇ ਹੁਣਾਂ ਨੇ ਜਿੱਤੀਆਂ? ਸ਼੍ਰੋਮਣੀ ਅਕਾਲੀ ਦਲ ਨੇ ਬਾਕੀ ਸੀਟਾਂ ਦੇ ਉੱਪਰ ਤੁਹਾਨੂੰ ਵੱਡੀ ਮਾਤ ਦਿੱਤੀ। ਦੇਖੋ ਜੀ, ਗੱਲ ਹੈਗੀ ਅਸੀਂ 7 ਤੋਂ 16 ਤੇ ਆ ਗਏ ਨਾ। ਹਾਂਜੀ, ਸਾਨੂੰ ਸਾਰੇ ਸੀਟਾਂ ਦਿੰਦੇ ਸਨ 20-22, ਅਸੀਂ 8 ਸੀਟਾਂ ਘੱਟ ਲਈਆਂ। ਕੁਝ 2-3 ਸੀਟਾਂ ਸਾਡੀਆਂ ਉਂਝੇ ਹੀ ਹਾਰ ਗਈਆਂ। ਸਾਡੀਆਂ ਵੱਡੀਆਂ ਵੱਡੀਆਂ ਤੋਪਾਂ ਹਾਰੀਆਂ ਹਨ, ਔਰ ਜਿਨ੍ਹਾਂ ਦੇ ਅਸੀਂ ਸੁਪਨਾ ਨਹੀਂ ਸੀ ਲੈ ਸਕਦੇ ਵੀ ਉਹ ਹਾਰ ਸਕਦੇ ਨੇ। ਕੋਈ ਗੱਲ ਨਹੀਂ, ਪਰ ਅਸੀਂ 7 ਤੋਂ 16 ਆਏ ਹਾਂ। ਤੁਸੀਂ ਦੱਸੋ ਕਿੱਥੇ ਆਏ ਹੋ? ਪਿਛਲੀ ਵਾਰੀ ਸਾਡੀ ਡਾਇਰੈਕਟ ਫਲਾਈਟ ਸੀ, ਐਕਚੁਅਲੀ ਤੂੰ ਟ੍ਰਾਇੰਗੂਲਰ ਫਲਾਈਟ ਵਿੱਚ ਵੀ 26 ਸੀਟਾਂ ਲੈ ਕੇ ਗਿਆ ਹੈ। ਇਹ ਤਾਂ ਦੇਖ, ਜੇ ਟ੍ਰਾਇੰਗੂਲਰ ਫਲਾਈਟ ਨਾ ਹੁੰਦੀ ਤੂੰ ਕਿੱਥੇ? ਤੁਸੀਂ ਤਾਂ ਹਮੇਸ਼ਾ ਪਾਰਟੀਆਂ ਨੂੰ ਪੈਸੇ ਦੇ ਕੇ ਬੰਦੇ ਖੜੇ ਕਰਾਉਂਦੇ ਰਹੇ ਹੋ ਤੇ ਜਿੱਤਦੇ ਰਹੇ ਹੋ। इस बार डायरेक्ट ट्रायंगुलर की वो फाइट की चौतरफा फाइट सी, ਤਾਂ ਵੀ ਤੁਸੀਂ 26 ਸੀਟਾਂ ਲੈ ਕੇ ਗਏ। ਆਪਣੇ ਗਰਬਾਨ ਝਾਤੀ ਤੇ ਮਾਰ। ਉਹ ਕਹਿੰਦੇ ਸੀਟਾਂ ਤਾਂ ਅਸੀਂ ਲੈ ਗਏ, ਹੁਣ ਸਾਡੀ ਵੱਡੀ ਜਿੱਤ ਹੋਈ ਹੈ, ਦਾਅਵਾ ਕਰ ਰਹੇ ਨੇ ਇਸ ਗੱਲ ਦਾ। ਪ੍ਰੈਸ ਕਾਨਫਰੰਸ ਕਰਕੇ ਵੀ ਦਾਅਵਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਮੌਕੇ ਤੇ ਆ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਦਾ ਮੈਂਬਰ ਵੀ ਨੋਮੀਨੇਟ ਕਰ ਦਿੱਤਾ। ਹੁਣ ਜਿਹੜੀ ਹੈ ਪ੍ਰਧਾਨਗੀ ਦੀ ਗੱਲ ਚੱਲ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣਨਗੇ? ਦੇਖੋ ਜੀ, ਸਭ ਤੋਂ ਵੱਡੀ ਗੱਲ ਹੈਗੀ, ਸ਼੍ਰੋਮਣੀ ਕਮੇਟੀ ਵੱਲੋਂ ਤੈਨੂੰ ਨਾਮਜ਼ਦ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਕਰਨਾ, ਇਹ ਸਭ ਤੁਹਾਡੀ ਵੱਡੀ ਹਾਰ ਹੈਗੀ। ਤੁਸੀਂ ਜਿੱਤ ਗਏ ਹੋ, 27 ਸੀਟਾਂ ਜਿੱਤ ਗਏ ਹੋ, ਪਰ ਮਰ ਲਈ ਤੁਸੀਂ ਇਹ ਸਮਝੀ ਬੈਠੇ ਜੀ ਵੀ ਸਾਡੀਆਂ ਤੇ 15 ਨਹੀਂ ਆਣੀਆਂ ਤੇ ਮੈਂ ਪਹਿਲਾਂ ਹੀ ਨਾਮਜ਼ਦ ਹੋ ਜਾਵਾਂ। ਤੇ ਸੁਖਬੀਰ ਨੇ ਪਹਿਲਾਂ ਹੀ ਤੁਹਾਨੂੰ ਕਰਤਾ। ਇਹ ਤਾਂ ਹੁਣ ਚਲੋ ਕਲਾ ਵਰਤੀ ਸੀ, ਤੁਸੀਂ ਜਿੱਤ ਗਏ, ਪਰ ਮਰ ਲਈ ਤਾਂ ਤੁਸੀਂ ਆਪਣੀ ਡਿਫੀਟ ਸਮਝ ਬੈਠੇ ਸੀ, ਤੁਹਾਨੂੰ ਸੁਖਬੀਰ ਨੇ ਪਹਿਲਾਂ ਨਾਮਜ਼ਦ ਕਰ ਦਿੱਤਾ। ਸਰਨਾ ਸਾਹਿਬ, ਇੱਕ ਗੱਲ ਹੋਰ ਦੱਸੋ, ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਹੋ, ਦਿੱਲੀ ਕਮੇਟੀ ਦਾ ਵਿਧਾਨ ਕੀ ਕਹਿੰਦਾ ਹੈ ਕਿ ਇਸ ਤਰ੍ਹਾਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਂਬਰ ਨੋਮੀਨੇਟ ਕੀਤਾ ਜਾ ਸਕਦਾ ਹੈ? ਕਿਉਂਕਿ ਸ਼੍ਰੋਮਣੀ ਸਵਾਲ ਉੱਠ ਰਹੇ ਨੇ ਕਿ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਕਰਨਾ ਹੁੰਦਾ ਹੈ, ਬੀਬੀ ਜਗੀਰ ਕੌਰ ਨੂੰ ਆਉਣਾ ਚਾਹੀਦਾ। ਦੇਖੋ, ਗੱਲ ਹੈਗੀ, ਇਹ ਦੱਸਦਾ ਹੈ ਕਿ ਬਾਦਲ ਦਲ ਹਰ ਜਗ੍ਹਾ, ਜਿਹੜਾ ਸੁਖਬੀਰ ਸੀ, ਪ੍ਰਕਾਸ਼ ਸਿੰਘ ਬਾਦਲ ਸੀ, ਹਰ ਜਗ੍ਹਾ ਆਪਣੀ ਚਲਾਉਂਦੇ ਨੇ। ਇਹਨਾਂ ਨੂੰ ਇਤਨੀ ਤਮੀਜ਼ ਨਹੀਂ ਆਈ ਕਿ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦੇ ਪ੍ਰਧਾਨ ਦੀ ਵੀ ਇਹਨਾਂ ਨੇ ਆਪ ਵਰਤੋਂ ਕੀਤੀ। ਦੂਸਰੀ ਗੱਲ, ਇਹ ਮੈਨੂੰ ਨਹੀਂ ਪਤਾ
ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਹੁੰਦਾ ਵੀ ਅੱਛਾ ਪ੍ਰਧਾਨ ਨੂੰ ਪਾਵਰ ਦਿਓ ਜੀ, ਵੀ ਜਿਹਨੂੰ ਨਾਮਜ਼ਦ ਕਰਨਾ ਕਰ ਦਿਓ। ਕਰਤਾ ਤੁਸੀਂ ਉਹ ਪਾਵਰ ਵੀ ਆਪ ਵਰਤ ਲਈ। ਤੁਸੀਂ ਤੇ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਸਨ ਸਾਰਿਆਂ ਤੇ ਕਬਜ਼ਾ ਕਰ ਲਿਆ। ਹੁਣ ਸਿਰਸੇ ਹੁਣਾਂ ਦਾ ਕਹਿਣਾ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਮੈਂਬਰਾਂ ਨੂੰ ਵੀ ਅੱਗੇ ਲਿਆਂਦਾ। ਉਹ ਕਹਿੰਦੇ ਨੇ ਕਿ ਸਰਨਾ ਧੜੇ ਦੇ ਵੱਲੋਂ ਉਹਨਾਂ ਦੇ ਮੈਂਬਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਮੈਂਬਰਾਂ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਕੀ ਇਹ ਸੱਚਾਈ ਹੈ ਕਿ ਤੁਹਾਡੇ ਬੰਦਿਆਂ ਦੇ ਵੱਲੋਂ ਜਾਂ ਕਿਸੇ ਦੇ ਰਾਹੀਂ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ? ਉਹਨਾਂ ਨੇ ਤੁਹਾਡੇ ਤੇ ਵੱਡੇ ਆਰੋਪ ਲਗਾਏ ਆ। ਉਹਦੇ ਆਰੋਪਾਂ ਦਾ ਮੈਂ ਕੀ ਜਵਾਬ ਦੇਣਾ, ਮੈਨੂੰ ਕੋਈ ਲੋੜ ਨਹੀਂ। ਉਹਨੂੰ ਕਹੋ ਜੀ ਤੁਹਾਡੇ ਆਪਣੇ 'ਚ ਖਲਬਲੀ ਹੋਣੀ ਹੈ ਕੋਈ, ਵੀ ਜਿਹੜੇ ਇਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ ਹੈਗੀਆਂ ਤੁਹਾਡੀ ਆਪਣੀ ਸੋਚ ਹੈਗੀ ਹੈ। ਅਸੀਂ ਮਤਲਬ ਇਲੈਕਸ਼ਨ ਰਿਜ਼ਲਟ ਨਿਕਲਿਆ ਨਹੀਂ ਤੇ ਤੁਹਾਨੂੰ ਇਸ ਗੱਲ ਦਾ ਫਿਕਰ ਪੈ ਗਿਆ। ਇਹਦਾ ਮਤਲਬ ਵੀ ਤੇਰੇ ਮੈਂਬਰ ਤੈਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ। ਇਹਦਾ ਮਤਲਬ ਮੈਂ ਇਹ ਲੈਂਦਾ ਵਾਂ ਕਿ ਤੇਰੇ ਮੈਂਬਰ ਤੈਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ। ਸਾਡੀ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ। ਕੋਈ ਤੇਰਾ ਇੱਕ ਮੈਂਬਰ ਕਹਿ ਦੇਵੇ ਮੈਂ ਕਿਸੇ ਨੂੰ ਟੈਲੀਫੋਨ ਕੀਤਾ ਹੋਵੇ। ਕੱਲ ਉਹਨਾਂ ਦੇ ਕਈ ਸਾਰੇ ਮੈਂਬਰ ਮੀਡੀਆ ਦੇ ਸਾਹਮਣੇ ਬੋਲੇ। ਉਹ ਕਹਿੰਦੇ ਸਾਨੂੰ ਕਾਲਾਂ ਆਈਆਂ ਨੇ, ਭਾਵੇਂ ਕਿ ਸਰਨਾ ਸਾਹਿਬ ਨੇ ਨਹੀਂ ਪਰ ਕਿਸੇ ਹੋਰ ਦੇ ਰਾਹੀਂ ਆਈਆਂ। ਦੇਖੋ ਜੀ ਹੁਣ ਇੱਥੋਂ ਤੱਕ ਤੇ ਆ ਗਿਆ ਨਾ, ਜਿਹੜਾ ਸਰ ਸਾਹਿਬ ਕਹਿੰਦਾ ਜੀ ਸਰਨਾ ਸਾਹਿਬ ਨੇ ਅਪਰੋਚ ਕੀਤਾ, ਮੈਂਬਰ ਕਹਿੰਦੇ ਨੇ ਕਿਸੇ ਨੇ ਅਪਰੋਚ ਕੀਤਾ। ਮੈਂ ਕੀ ਲੈਣਾ ਦੇਣਾ ਕਿਸੇ ਨੇ ਅਪਰੋਚ ਕੀਤਾ ਨਹੀਂ ਕੀਤਾ, ਸਾਡਾ ਕੋਈ ਲੈਣਾ ਦੇਣਾ ਨਹੀਂ। ਸਿਰਸਾ ਨੇ ਤਾਂ ਇਹ ਵੀ ਕਿਹਾ ਹੈ ਕਿ ਸਰਨਾ ਸਾਹਿਬ ਦੇ ਉਲਟ ਮੈਂਬਰ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਜੀ, ਵੀ ਤੁਹਾਡਾ ਕੰਮ ਬਹੁਤ ਵਧੀਆ ਰਿਹਾ ਪਿਛਲੇ ਸਮੇਂ ਦੌਰਾਨ। ਸਿਰਸਾ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕੀਤਾ, ਪੰਥ ਦਾ ਨਾਮ ਉੱਚਾ ਕੀਤਾ, ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਤੁਹਾਨੂੰ ਤਾਂ ਕੋਈ ਇਹੋ ਜਿਹਾ ਫਿਕਰ ਨਹੀਂ ਹੈ ਵੀ ਤੁਹਾਡੇ ਜਿਹੜੇ ਜਿੱਤੇ ਹੋਏ ਮੈਂਬਰ ਨੇ ਉਹਨਾਂ ਨਾਲ ਚਲੇ ਜਾਣ? ਇੱਕ ਪੈਸੇ ਦਾ ਫਿਕਰ ਨਹੀਂ ਹੈ, ਇੱਕ ਪੈਸੇ ਦਾ ਫਿਕਰ ਨਹੀਂ ਹੈ। ਉਹਨਾਂ ਕੋਲ ਤੁਸੀਂ ਆਪਣੀ ਭਾਲੀ ਨਿਬੇੜੋ। ਇਹਨਾਂ ਦੇ ਇੱਕ ਮੈਂਬਰ ਨੇ ਤਾਂ ਕਹਿ ਵੀ ਦਿੱਤਾ ਜੇ ਮੈਨੂੰ ਪ੍ਰਧਾਨ ਜਾਂ ਸਕੱਤਰ 'ਚ ਕੋਈ ਚੀਜ਼ ਉਹਦਾ ਨਹੀਂ ਮਿਲੇਗਾ ਮੈਂ ਨਹੀਂ ਉਹਨਾਂ ਨਾਲ। ਉਹਦੇ 'ਚ ਕੀ ਹੈ? ਤੁਹਾਨੂੰ ਲੱਗਦਾ ਹੈ ਕਿ ਸਿਰਸਾ ਦੇ ਪ੍ਰਧਾਨ ਬਣਨ ਦੇ ਵਿੱਚ ਇਸ ਵਾਰ ਵੱਡੀਆਂ ਰੁਕਾਵਟਾਂ ਆਉਣਗੀਆਂ, ਨਹੀਂ ਬਣਨ? ਮੈਂ ਤਾਂ ਕਹਿੰਦਾ ਬਣਾਉਣ ਇਸੇ ਨੂੰ ਪ੍ਰਧਾਨ, ਬਾਦਲ ਦਲ ਦੱਬ ਕੇ ਬਦਨਾਮ ਹੋਏਗਾ, ਸਭ ਬੇੜਾ ਗਰਕ ਹੋਏਗਾ ਇਹਨਾਂ ਦਾ। ਤੁਹਾਡੀ ਕੀ ਰਣਨੀਤੀ ਹੈ ਅਗਲੀ? ਤੁਹਾਡੇ ਨਾਲ ਹੁਣ ਕਿਹੜੇ ਮਨਜੀਤ ਸਿੰਘ ਜੀ ਕੇ ਹੁਣਾਂ ਨੇ ਤੁਹਾਡਾ ਸਾਥ ਦੇ ਦਿੱਤਾ ਹੈ। ਟੋਟਲ ਕਿੰਨੀਆਂ ਸੀਟਾਂ ਦੀ ਸੰਭਾਵਨਾ ਹੈ ਕਿ ਹੁਣ ਤੁਹਾਡੇ ਕੋਲ ਕਿੰਨੀਆਂ ਸੀਟਾਂ ਹੋ ਜਾਣਗੀਆਂ? 21 ਜਾਂ 22 ਸੀਟਾਂ ਹੋਣਗੀਆਂ। 21 ਪੱਕੀਆਂ, 22 ਦੇਖੋ ਗੁਰੂ ਕਰੇਗਾ। ਜੋੜ ਤੋੜ ਦੀ ਰਾਜਨੀਤੀ ਤਾਂ ਨਹੀਂ ਕੀਤੀ ਜਾਏਗੀ ਜਾਂ ਕੀਤੀ ਜਾਏਗੀ ਕੁਝ? ਅਸੀਂ ਬੈਠੇ ਹਾਂ ਆਰਾਮ ਨਾਲ, ਕੋਈ ਜੋੜ ਤੋੜ ਨਹੀਂ ਹੈ। ਤੁਹਾਡੀ ਅਗਲੀ ਪਲਾਨਿੰਗ ਕੀ ਹੈ, ਅਗਲੀ ਰਣਨੀਤੀ ਕੀ ਹੈ? ਹੁਣ 1 ਮਹੀਨੇ ਦੇ ਵਿੱਚ ਜਨਰਲ ਹਾਊਸ ਅੱਗੇ ਅਸੀਂ ਬੜੀ ਮਨਾਟੀ ਵਿੱਚ ਹਾਂ। ਹੁਣ ਅਸੀਂ ਜਿਸ ਵਕਤ ਆਪੋਜੀਸ਼ਨ 'ਚ 22 ਬੈਠੇ ਹੋਣਗੇ, 29 ਬੈਠੇ ਹੋਣਗੇ, ਇੱਕ ਢੇਲੇ ਦੀ ਚੋਰੀ ਚਕਾਰੀ ਨਹੀਂ ਕਰਨ ਦੇਵਾਂਗੇ। ਕਮੇਟੀ ਚੋਰੀ ਚਕਾਰੀ ਜੇ ਕਰਨਗੇ ਇਹਨਾਂ ਦਾ ਮੱਕੋ ਬੰਦ ਆਂਗੇ। ਇਹਨਾਂ ਕੋਲ ਪੁੱਛੋ ਜੀ ਦੱਸੋ ਕੀ ਹਿਸਾਬ ਕਿਤਾਬ ਹੈ, ਸਕੂਲਾਂ ਦਾ ਕੀ ਹੈ, ਕਾਲਜਾਂ ਦਾ ਕੀ ਹੈ, ਇੰਸਟੀਟਿਊਸ਼ਨ ਬੰਦ ਕਿਉਂ ਹੋਏ ਨੇ? ਔਰ ਡੈਟ ਵਿਲ ਨਾਟ ਬੀ ਏ ਕੇਕ ਵਾਕ ਫਾਰ ਦੈਮ, ਵੀ ਸਾਰੀਆਂ ਚੋਰੀਆਂ ਚਕਾਰੀਆਂ ਕਰਕੇ ਜਿਹੜੇ ਪਿਛਲੇ 8 ਸਾਲ ਦਾ ਹਿਸਾਬ ਹੈ ਉਹ ਵੀ ਖੁਲਵਾਵਾਂਗੇ, ਉਹ ਵੀ ਖੁਲਵਾਵਾਂਗੇ। ਖੋਲੋ ਜੀ, ਜਿਹੜੇ ਇਹਨਾਂ ਨੇ ਇਸ ਵਾਰ ਪਿਛਲੇ 6 ਮਹੀਨਿਆਂ 'ਚ ਵੋਚਰਾਂ ਦੇ ਉੱਤੇ ਪੈਸੇ ਦਿੱਤੇ ਨੇ ਉਹ ਵੀ ਖੁਲਵਾਵਾਂਗੇ। ਨਾਟ ਲਾਈਕ ਸੇਮ। ਇਸ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਨੂੰ ਉਮੀਦ ਦੇ ਮੁਤਾਬਕ ਦਿੱਲੀ ਦੇ ਵਿੱਚ ਸਿੱਖ ਸੰਗਤ ਨੇ ਸੀਟਾਂ ਨਹੀਂ ਦਿੱਤੀਆਂ, ਪਰ ਇਸ ਵਾਰ ਉਹਨਾਂ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀਟਾਂ ਹੋਈਆਂ ਨੇ ਤਾਂ ਉਹਨਾਂ ਦਾ ਪਲੜਾ ਭਾਰੀ ਹੈ। ਇਸ ਵਾਰ ਜੇਕਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣਦੇ ਵੀ ਨੇ ਤਾਂ ਇਸ ਵਾਰ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਗੋਲਕ ਦੀ ਲੁੱਟ ਸੁੱਟ ਨਹੀਂ ਕਰਨ ਦਿੱਤੀ ਜਾਏਗੀ। ਇਹ ਪਰਮਜੀਤ ਸਿੰਘ ਸਰਨਾ ਹੁਣਾਂ ਦਾ ਕਹਿਣਾ ਹੈ ਤੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਜੋ ਵੀ ਕੋਈ ਘਪਲੇ ਹੋਏ ਨੇ ਅਸੀਂ ਉਹਨਾਂ ਦਾ ਹਿਸਾਬ ਕਿਤਾਬ ਵੀ ਲਵਾਂਗੇ। ਕੈਮਰਾਮੈਨ ਗਗਨ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਦਿੱਲੀ।